ਹਾਂਜੀ ਹੈਲੋ ਬੇਟਾ, ਗੁੱਡ ਮੋਰਨਿੰਗ। ਸੋ ਟੁਡੇ 29th ਅਗਸਤ 2020। ਸੋ ਆਪਾਂ ਅੱਜ ਨਵਾਂ ਚੈਪਟਰ ਸਟਾਰਟ ਕਰ ਰਹੇ ਹਾਂ, ਨਰਕਸ ਥੀਸਿਸ ਆਫ ਡਿਸਗਾਈਜ਼ਡ ਅਨਇੰਪਲੋਇਮੈਂਟ। ਡਿਸਗਾਈਜ਼ਡ ਅਨਇੰਪਲੋਇਮੈਂਟ ਹੁੰਦੀ ਹੈ ਛੁਪੀ ਹੋਈ ਬੇਰੁਜ਼ਗਾਰੀ। ਨੋਰਮਲੀ ਜਿਹੜੀ ਇਸ ਟਾਈਪ ਦੀ ਬੇਰੁਜ਼ਗਾਰੀ ਹੈ ਉਹ ਸਾਨੂੰ ਐਗਰੀਕਲਚਰ ਸੈਕਟਰ ਦੇ ਵਿੱਚ ਮਿਲਦੀ ਹੈ। ਡਿਫਰੈਂਟ ਟਾਈਪਸ ਆਫ ਅਨਇੰਪਲੋਇਮੈਂਟ, ਤੁਸੀਂ ਪਿੱਛੇ ਅਨਇੰਪਲੋਇਮੈਂਟ ਦਾ ਚੈਪਟਰ ਜਦੋਂ ਪੜ੍ਹਿਆ ਸੀ ਉਹਦੇ ਵਿੱਚ ਆਪਾਂ ਫ੍ਰਿਕਸ਼ਨਲ ਅਨਇੰਪਲੋਇਮੈਂਟ, ਸਟਰਕਚਰਲ ਅਨਇੰਪਲੋਇਮੈਂਟ, ਓਪਨ ਅਨਇੰਪਲੋਇਮੈਂਟ, ਅੰਡਰ ਇੰਪਲੋਇਮੈਂਟ, ਠੀਕ ਹੈ ਨਾ, ਫੁੱਲ ਇੰਪਲੋਇਮੈਂਟ, ਬਹੁਤ ਸਾਰੇ ਕੌਨਸੈਪਟ ਨੇ ਅਨਇੰਪਲੋਇਮੈਂਟ ਦੇ ਸਟੱਡੀ ਕੀਤੇ ਨੇ। ਤਾਂ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਟਾਈਪ ਆਫ ਅਨਇੰਪਲੋਇਮੈਂਟ ਹੈ ਜਿਹੜੀ ਉਹ ਐਗਜ਼ਿਸਟ ਕਰਦੀ ਹੈ। ਮੋਸਟ ਆਫ ਲੈਸ ਡਿਵੈਲਪਡ ਕੰਟਰੀਜ਼ ਜਿੱਥੇ ਪਾਪੂਲੇਸ਼ਨ ਵੱਧ ਹੁੰਦੀ ਹੈ ਅਤੇ ਮੀਨਸ ਆਫ ਇੰਪਲੋਇਮੈਂਟ ਘੱਟ ਹੁੰਦੇ ਨੇ, ਉੱਥੇ ਸਾਈਜ਼ੇਬਲ ਪੋਰਸ਼ਨ ਆਫ ਵਰਕਿੰਗ ਪਾਪੂਲੇਸ਼ਨ ਹੈ ਜਿਹੜੀ ਉਹ ਇਹਨਾਂ ਕੰਟਰੀਜ਼ ਦੇ ਵਿੱਚ ਅਨਇੰਪਲੋਇਡ ਹੁੰਦੀ ਹੈ। ਐਗਰੀਕਲਚਰ ਇਹਨਾਂ ਕੰਟਰੀਜ਼ ਦਾ ਇੱਕ ਮੇਨ ਓਕੂਪੇਸ਼ਨ ਹੁੰਦਾ ਹੈ। ਇਸ ਓਕੂਪੇਸ਼ਨ ਦੇ ਵਿੱਚ ਘਰ ਦੇ ਸਾਰੇ ਫੈਮਿਲੀ ਮੈਂਬਰਸ ਇੰਗੇਜਡ ਹੁੰਦੇ ਨੇ ਅਤੇ ਜਦੋਂ ਉਹਨਾਂ ਨੂੰ ਕੋਈ ਹੋਰ ਕਿਤੇ ਵੀ ਜੋਬ ਅਪੋਰਚੁਨਿਟੀ ਨਹੀਂ ਮਿਲਦੀ ਤਾਂ ਉਹ ਆਪਣੇ ਆਪ ਨੂੰ ਇਸ ਸੈਕਟਰ ਦੇ ਵਿੱਚ ਇੰਪਲੋਇਡ ਕਰਕੇ ਆਪਣੇ ਆਪ ਨੂੰ ਕੰਮ 'ਤੇ ਲੱਗਿਆ ਹੋਇਆ ਮਹਿਸੂਸ ਕਰਦੇ ਨੇ। ਬਟ ਰਿਜ਼ਲਟ ਕੀ ਆਉਂਦਾ ਹੈ ਕਿ ਜ਼ਿਆਦਾ ਲੋਕ ਕੰਮ ਦੇ ਉੱਤੇ ਲੱਗੇ ਹੋਏ ਨੇ ਪਰ ਉਹਨਾਂ ਦੀ ਜ਼ਰੂਰਤ ਨਹੀਂ ਹੈ। ਬਹੁਤ ਸਾਰੇ ਇਹਨਾਂ ਦੇ ਵਿੱਚੋਂ ਡਿਸਗਾਈਜ਼ਡਲੀ ਅਨਇੰਪਲੋਇਡ ਹੁੰਦੇ ਨੇ, ਮਤਲਬ ਉਹ ਐਕਚੁਅਲੀ ਕੋਈ ਕੰਮ ਨਹੀਂ ਕਰ ਰਹੇ ਹੁੰਦੇ। ਜੇ ਅਸੀਂ ਉਹਨਾਂ ਨੂੰ ਐਗਰੀਕਲਚਰ ਵਿੱਚੋਂ ਕੱਢ ਕੇ ਕਿਸੇ ਹੋਰ ਆਲਟਰਨੇਟਿਵ ਆਕੂਪੇਸ਼ਨ ਦੇ ਵਿੱਚ ਲਗਾ ਲੈਂਦੇ ਹਾਂ ਤਾਂ ਸਾਡੀ ਐਗਰੀਕਲਚਰ ਸੈਕਟਰ ਦੀ ਟੋਟਲ ਪ੍ਰੋਡਕਸ਼ਨ ਦੇ ਵਿੱਚੋਂ ਕੋਈ ਫਾਲ ਨਹੀਂ ਆਉਂਦੀ, ਜਦੋਂ ਕਿ ਦੂਸਰੇ ਪਾਸੇ ਜਦੋਂ ਅਸੀਂ ਉਹਨਾਂ ਨੂੰ ਇੱਧਰੋਂ ਕੱਢ ਕੇ ਕਿਸੇ ਅਦਰ ਆਲਟਰਨੇਟਿਵ ਆਕੂਪੇਸ਼ਨ ਦੇ ਵਿੱਚ ਲਗਾਉਂਦੇ ਹਾਂ ਤਾਂ ਉੱਥੇ ਉਹਨਾਂ ਦੀ ਜਿਹੜੀ ਡਿਪੈਂਡੈਂਸ ਹੈ ਅਪੋਨ ਅਦਰ ਫੈਮਿਲੀ ਮੈਂਬਰਸ ਘੱਟ ਜਾਂਦੀ ਹੈ ਅਤੇ ਉਹ ਆਪਣੀ ਹੋਰ ਆਊਟਪੁੱਟ ਦੇ ਵਿੱਚ ਜਿਹੜਾ ਹੈ ਉਹ ਕੰਟਰੀਬਿਊਟ ਕਰਨਾ ਸ਼ੁਰੂ ਕਰ ਦਿੰਦੇ ਨੇ ਅਤੇ ਐਗਰੀਕਲਚਰ ਦਾ ਜਿਹੜਾ ਖਰਚਾ ਹੈ ਉਹ ਘੱਟ ਜਾਂਦਾ ਹੈ। ਸੋ ਸੇਵਿੰਗ ਅਤੇ ਕੈਪੀਟਲ ਫਾਰਮੇਸ਼ਨ ਹੈ ਉਹਨੂੰ ਅਸੀਂ ਸਟੀਮੂਲੇਟ ਕਰ ਸਕਦੇ ਹਾਂ। ਸੋ ਜਿਹੜੀ ਛਿਪੀ ਹੋਈ ਬੇਰੁਜ਼ਗਾਰੀ ਹੈ ਉਹ ਸੇਵਿੰਗ ਦਾ ਇੱਕ ਪੋਟੈਂਸ਼ੀਅਲ ਸੋਰਸ ਹੈ ਅਤੇ ਕੈਪੀਟਲ ਫਾਰਮੇਸ਼ਨ ਦਾ ਇਨ ਦਾ ਲੈਸ ਡਿਵੈਲਪਡ ਕੰਟਰੀਜ਼। ਹੁਣ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਡਿਵੈਲਪਡ ਕੰਟਰੀਜ਼ ਅਤੇ ਅੰਡਰ ਡਿਵੈਲਪਡ ਕੰਟਰੀਜ਼ ਦੇ ਵਿੱਚ ਕਿਸ ਤਰ੍ਹਾਂ ਦੀ ਬੇਰੁਜ਼ਗਾਰੀ ਪਾਈ ਜਾਂਦੀ ਹੈ। ਬਾਕਸ ਦੇ ਵਿੱਚ ਬੇਟਾ ਤੁਹਾਨੂੰ ਉਹਨਾਂ ਨੇ ਸਟਰਕਚਰਲ ਅਨਇੰਪਲੋਇਮੈਂਟ ਦੱਸੀ ਹੈ ਕੀ ਹੁੰਦੀ ਹੈ, ਸ਼ਾਰਟ ਨੋਟ 'ਚ ਆ ਜਾਂਦੀ ਹੁੰਦੀ ਹੈ ਕਈ ਵਾਰੀ। ਸਟਰਕਚਰਲ ਅਨਇੰਪਲੋਇਮੈਂਟ ਉਹ ਬੇਰੁਜ਼ਗਾਰੀ ਜਿਹੜੀ ਕਦੋਂ ਆਉਂਦੀ ਹੈ, ਜਦੋਂ ਕੁਛ ਇੱਕ ਇੰਡਸਟਰੀਜ਼ ਬਹੁਤ ਲੰਬੇ ਸਮੇਂ ਤੱਕ ਜਿਹੜਾ ਹੈ ਉਹਨਾਂ ਦੇ ਵਿੱਚ ਘਾਟਾ ਆਉਂਦਾ ਰਹਿੰਦਾ ਹੈ। ਇਹਦਾ ਕਾਰਨ ਕੀ ਹੁੰਦਾ ਹੈ? ਜਦੋਂ ਸਟਰਕਚਰਲ ਚੇਂਜਸ ਆਉਂਦੀਆਂ ਨੇ, ਜਦੋਂ ਅਦਰ ਫੈਕਟਰਸ ਆਫ ਪ੍ਰੋਡਕਸ਼ਨ ਲਾਈਕ ਕੈਪੀਟਲ, ਲੈਂਡ ਸ਼ਾਰਟੇਜ ਹੋ ਜਾਣ, ਜਾਂ ਜਿਹੜੇ ਵਰਕਰਸ ਨੇ ਉਹ ਪੁਰਾਣੇ ਟੈਕਨੀਕਸ ਦੇ ਨਾਲ ਕੰਮ ਕਰ ਰਹੇ ਨੇ ਅਤੇ ਨਵੀਆਂ ਇੰਡਸਟਰੀਜ਼ ਦੇ ਵਿੱਚ ਕੰਮ ਜਿਵੇਂ ਤਾਂ ਹੋ ਰਿਹਾ ਹੈ ਉਹਦੇ ਵਾਸਤੇ ਉਹ ਤਿਆਰ ਨਹੀਂ ਹੈ, ਜਾਂ ਜਦੋਂ ਪ੍ਰੋਡਕਸ਼ਨ ਦੀ ਟੈਕਨੀਕ ਬਦਲ ਗਈ, ਜਾਂ ਜਿਹੜੀਆਂ ਚੀਜ਼ਾਂ ਤੁਸੀਂ ਬਣਾਉਂਦੇ ਸੀ ਉਹਨਾਂ ਦੀ ਡਿਮਾਂਡ ਹੁਣ ਖਤਮ ਹੋ ਗਈ ਹੈ। ਸੋ ਇਹੋ ਜਿਹੀ ਇੰਡਸਟਰੀਜ਼ ਨੂੰ ਕਲੋਜ਼ ਡਾਊਨ ਕਰਨਾ ਪੈਂਦਾ ਹੈ। ਕਿਉਂਕਿ ਢਾਂਚਾ ਹੀ ਬਦਲ ਚੁੱਕਿਆ ਹੈ। ਲੋਕ ਉਹਨਾਂ ਇੰਡਸਟਰੀਜ਼ ਦੀਆਂ ਬਣੀਆਂ ਹੋਈਆਂ ਚੀਜ਼ਾਂ ਨੂੰ ਖਰੀਦਣਾ ਪਸੰਦ ਨਹੀਂ ਕਰ ਰਹੇ ਹੁੰਦੇ। ਸੋ ਨੇਚਰ ਆਫ ਅਨਇੰਪਲੋਇਮੈਂਟ ਹੈ ਉਹ ਡਿਵੈਲਪਡ ਅਤੇ ਅੰਡਰ ਡਿਵੈਲਪਡ ਕੰਟਰੀਜ਼ ਦੇ ਵਿੱਚ ਵੱਖਰੀ ਹੈ। ਡਿਵੈਲਪਡ ਕੰਟਰੀਜ਼ ਦੇ ਵਿੱਚ ਜਿਹੜੀ ਅਨਇੰਪਲੋਇਮੈਂਟ ਹੈ ਉਹ ਸਾਈਕਲਿਕ ਨੇਚਰ ਦੀ ਹੈ। ਸਾਈਕਲਿਕ ਦਾ ਮਤਲਬ ਬੂਮ, ਡਿਪਰੈਸ਼ਨ, ਰਿਸੈਸ਼ਨ ਦੇ ਆਉਣ ਦੇ ਨਾਲ ਜਦੋਂ ਡਿਫਲੇਸ਼ਨ ਆਉਂਦੀ ਹੈ ਤਾਂ ਟੈਂਪਰੇਰੀਲੀ ਫੇਜ਼ ਹੁੰਦਾ ਹੈ ਡਿਮਾਂਡ ਦੇ ਘਾਟੇ ਦਾ ਅਤੇ ਉਹਦੇ ਨਾਲ ਬੇਰੁਜ਼ਗਾਰੀ ਉਸ ਸਮੇਂ ਵੱਧ ਜਾਂਦੀ ਹੈ। ਆਲਸੋ ਡਿਵੈਲਪਡ ਕੰਟਰੀਜ਼ ਦੇ ਵਿੱਚ ਕੁਛ ਇੱਕ ਸਮੇਂ ਲਈ ਫ੍ਰਿਕਸ਼ਨਲ ਅਨਇੰਪਲੋਇਮੈਂਟ ਅਤੇ ਸਟਰਕਚਰਲ ਅਨਇੰਪਲੋਇਮੈਂਟ ਵੀ ਪਾਈ ਜਾਂਦੀ ਹੈ। ਪਰ ਇਸ ਟਾਈਪ ਦੀ ਅਨਇੰਪਲੋਇਮੈਂਟ ਹੈ ਇੰਡਸਟਰੀਅਲ ਚੇਂਜਸ ਕਰਕੇ ਹੋਈ ਹੁੰਦੀ ਹੈ। ਸੋ ਇਸ ਟਾਈਪ ਦੀ ਅਨਇੰਪਲੋਇਮੈਂਟ ਨੂੰ ਅਸੀਂ ਜਨਰਲੀ ਇੰਡਸਟਰੀਅਲ ਅਨਇੰਪਲੋਇਮੈਂਟ ਦਾ ਨਾਮ ਦੇ ਦਿੰਦੇ ਹਾਂ। ਸੋ ਜਿਹੜੀ ਪ੍ਰੋਬਲਮ ਇੰਡਸਟਰੀਅਲ ਅਨਇੰਪਲੋਇਮੈਂਟ ਦੀ ਹੈ ਉਸਨੂੰ ਅਸੀਂ ਕਿੱਦਾਂ ਠੀਕ ਕਰ ਸਕਦੇ ਹਾਂ? ਇਫੈਕਟਿਵ ਡਿਮਾਂਡ ਨੂੰ ਵਧਾ ਕੇ। ਰਾਜੇ ਪਿਛਲੇ ਸਾਲ ਆਪਾਂ
ਪਿਛਲੇ ਲਾਸਟ ਸਮੈਸਟਰ ਦੇ ਵਿੱਚ ਮੈਕਰੋ ਦੇ ਵਿੱਚ ਆਪਾਂ ਕੀਨਜ਼ੀਅਨ ਥਿਊਰੀ ਪੜ੍ਹੀ ਸੀ ਨਾ, ਇਫੈਕਟਿਵ ਡਿਮਾਂਡ ਕੀ ਹੁੰਦੀ ਹੈ, ਜਦੋਂ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਦਾ ਟੋਟਲ ਬਰਾਬਰ ਹੋਵੇ। ਸੋ ਸਾਰੀ ਜਿਹੜੀ ਪ੍ਰੋਬਲਮ ਹੈ ਅਨਐਮਪਲੋਇਮੈਂਟ ਦੀ ਡਿਵੈਲਪ ਕੰਟਰੀਜ਼ ਦੇ ਵਿੱਚ ਥੋੜ੍ਹੇ ਸਮੇਂ ਲਈ ਹੁੰਦੀ ਹੈ। ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਇਹ ਜਿਹੜੀ ਅਨਐਮਪਲੋਇਮੈਂਟ ਦੀ ਪ੍ਰੋਬਲਮ ਹੈ ਲੰਬੇ ਸਮੇਂ ਲਈ ਹੁੰਦੀ ਹੈ, ਅਤੇ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਇਹ ਜਿਹੜੀ ਅਨਐਮਪਲੋਇਮੈਂਟ ਹੈ ਉਹ ਖੇਤੀਬਾੜੀ ਸੈਕਟਰ ਵਿੱਚ ਆਉਂਦੀ ਹੈ, ਜਦੋਂ ਕਿ ਡਿਵੈਲਪ ਕੰਟਰੀਜ਼ ਦੇ ਵਿੱਚ ਇਹ ਇੰਡਸਟਰੀਅਲ ਅਨਐਮਪਲੋਇਮੈਂਟ ਹੁੰਦੀ ਹੈ। ਸੋ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਐਗਰੀਕਲਚਰਲ ਅਨਐਮਪਲੋਇਮੈਂਟ ਵੱਧ ਹੁੰਦੀ ਹੈ, ਜਿਹਨੂੰ ਅਸੀਂ ਡਿਸਗਾਈਜ਼ਡ ਅਨਐਮਪਲੋਇਮੈਂਟ ਦਾ ਨਾਮ ਦਿੰਦੇ ਹਾਂ। ਸੋ ਨੈਕਸਟ ਹੈ ਬੇਟਾ ਡਿਫਰੈਂਸ ਬਿਟਵੀਨ ਬੋਥ। ਡਿਫਰੈਂਸ ਨੂੰ ਸ਼ਾਰਟ ਨੋਟ ਵਾਸਤੇ ਇੰਪੋਰਟੈਂਟ ਰੱਖ ਲਓ। ਫਸਟ ਡਿਫਰੈਂਸ ਹੈ ਡਿਸਗਾਈਜ਼ ਦਾ ਮਤਲਬ ਹੀ ਛਿਪੀ ਹੋਈ ਹੈ। ਸੋ ਡਿਸਗਾਈਜ਼ਡ ਅਨਐਮਪਲੋਇਮੈਂਟ ਕੰਸੀਲਡ ਛਿਪੀ ਹੁੰਦੀ ਹੈ, ਲੱਗਦਾ ਹੈ ਕਿ ਲੋਕ ਕੰਮ ਦੇ ਉੱਤੇ ਲੱਗੇ ਹੋਏ ਨੇ ਪਰ ਨਹੀਂ ਲੱਗੇ ਹੁੰਦੇ। ਜਦੋਂ ਕਿ ਇੰਡਸਟਰੀਅਲ ਅਨਐਮਪਲੋਇਮੈਂਟ ਓਪਨ ਹੁੰਦੀ ਹੈ ਅਤੇ ਇਹਨੂੰ ਅਸੀਂ ਐਸਟੀਮੇਟ ਕਰ ਸਕਦੇ ਹਾਂ। ਡਿਸਗਾਈਜ਼ਡ ਅਨਐਮਪਲੋਇਮੈਂਟ ਦੇ ਵਿੱਚ ਜਿਹੜੇ ਵਰਕਰਸ ਨੇ ਉਹ ਆਪਣੇ ਘਰ ਦੇ ਕੰਮ ਦੇ ਵਿੱਚ ਹੀ ਲੱਗੇ ਹੁੰਦੇ ਹਨ, ਆਪਣੇ ਘਰ ਦੇ ਫੈਮਿਲੀ ਫਾਰਮ ਦੇ ਉੱਤੇ ਹੀ ਉਹ ਕੰਮ ਕਰ ਰਹੇ ਹੁੰਦੇ ਨੇ। ਇੰਡਸਟਰੀਅਲ ਅਨਐਮਪਲੋਇਮੈਂਟ ਦੇ ਵਿੱਚ ਜਿਹੜੇ ਵਰਕਰਸ ਨੇ ਉਹ ਅਨਐਮਪਲੋਇਡ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਕਿਸੇ ਹੋਰ ਨੇ ਹਾਇਰ ਕੀਤਾ ਹੁੰਦਾ ਹੈ। ਵਰਕਰਸ ਆਪਦੇ ਫੈਮਿਲੀ ਆਕੂਪੇਸ਼ਨ ਦੇ ਵਿੱਚ ਨਹੀਂ ਲੱਗੇ ਹੁੰਦੇ, ਇਸ ਕਰਕੇ ਉਹਨਾਂ ਨੂੰ ਈਜ਼ੀਲੀ ਆਇਡੈਂਟੀਫਾਈ ਕੀਤਾ ਜਾ ਸਕਦਾ ਹੈ। ਇੰਡਸਟਰੀਅਲ ਅਨਐਮਪਲੋਇਮੈਂਟ ਨੂੰ ਅਸੀਂ ਸਪਲਾਈ ਆਫ ਮਨੀ ਦੇ ਵਿੱਚ ਇਨਕਰੀਜ਼ ਕਰਕੇ ਖ਼ਤਮ ਕਰ ਸਕਦੇ ਹਾਂ, ਮਤਲਬ ਇਫੈਕਟਿਵ ਡਿਮਾਂਡ ਨੂੰ ਵਧਾ ਕੇ, ਜਦੋਂ ਕਿ ਡਿਸਗਾਈਜ਼ਡ ਅਨਐਮਪਲੋਇਮੈਂਟ ਦੇ ਵਿੱਚ ਰਾਈਜ਼ ਇਨ ਸਪਲਾਈ ਆਫ ਮਨੀ ਦੇ ਨਾਲ ਸਿਰਫ ਅਤੇ ਸਿਰਫ ਪ੍ਰਾਈਸਿਸ ਦੇ ਵਿੱਚ ਵਾਧਾ ਹੀ ਆਉਂਦਾ ਹੈ। ਡਿਸਗਾਈਜ਼ਡ ਅਨਐਮਪਲੋਇਮੈਂਟ ਨੂੰ ਐਸਟੀਮੇਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। UN ਐਕਸਪਰਟਸ ਨੇ ਦੱਸਿਆ ਹੈ ਕਿ ਨੀਅਰਲੀ 25% ਵਰਕਿੰਗ ਪਾਪੂਲੇਸ਼ਨ ਹੈ ਜਿਹੜੀ ਉਹ ਐਗਰੀਕਲਚਰ ਸੈਕਟਰ ਲਾਈਕ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਉਹ ਡਿਸਗਾਈਜ਼ਡਲੀ ਅਨਐਮਪਲੋਇਡ ਹੈ। ਹਾਵਰ ਇਹ ਐਸਟੀਮੇਸ਼ਨ ਇੱਕ ਮੇਰ ਅਪਰੋਕਸੀਮੇਸ਼ਨ ਹੈ, ਜਦੋਂ ਕਿ ਇੰਡਸਟਰੀਅਲ ਅਨਐਮਪਲੋਇਮੈਂਟ ਨੂੰ ਬਹੁਤ ਹੀ ਆਸਾਨੀ ਦੇ ਨਾਲ, ਬਹੁਤ ਹੀ ਬਾਰੀਕੀ ਦੇ ਨਾਲ ਐਸਟੀਮੇਟ ਕੀਤਾ ਜਾ ਸਕਦਾ ਹੈ। ਸੋ ਹੁਣ ਫਾਰਮਲੀ ਤੁਹਾਡੇ ਕੋਲ ਮੀਨਿੰਗ ਆਇਆ ਹੈ ਡਿਸਗਾਈਜ਼ਡ ਅਨਐਮਪਲੋਇਮੈਂਟ ਦਾ। ਇਹ ਟਰਮ ਹੈ ਮਿਸਿਸ ਜੋਨ ਰੋਬਿਨਸਨ ਨੇ ਦਿੱਤੀ ਸੀ। ਉਹ ਕਹਿੰਦੀ ਹੈ ਕਿ ਡਿਸਗਾਈਜ਼ਡ ਅਨਐਮਪਲੋਇਮੈਂਟ ਉਹ ਸਿਚੁਏਸ਼ਨ ਹੈ ਜਿਹਦੇ ਵਿੱਚ ਵੇਜ ਵਰਕਰਸ ਨੇ ਉਹ ਲੈਸ ਪ੍ਰੋਡਕਟਿਵ ਜੋਬ ਹੈ ਜਿਹੜੀ ਉਹਨੂੰ ਕਰਦੇ ਨੇ। ਕਿਉਂਕਿ ਉਹਨਾਂ ਨੂੰ ਆਪਦੀ ਰੈਗੂਲਰ ਜੋਬ ਹੈ ਸਾਈਕਲਿਕ ਟ੍ਰੈਂਡਸ ਔਨ ਕਰਕੇ ਉਹ ਨੌਕਰੀ ਉਹਨਾਂ ਤੋਂ ਹੀ ਛੁੱਟ ਚੁੱਕੀ ਹੈ। ਸੋ ਇਸ ਡੈਫੀਨੇਸ਼ਨ ਨੂੰ ਡਿਸਗਾਈਜ਼ਡ ਅਨਐਮਪਲੋਇਮੈਂਟ ਦੀ ਇਹ ਡਿਵੈਲਪ ਕੰਟਰੀਜ਼ ਦੇ ਕੰਟੈਕਸਟ ਦੇ ਵਿੱਚ ਹੀ ਵੈਲਿਡ ਹੈ। In the context of underdeveloped countries, disguised unemployment ਉਹ ਸਿਚੁਏਸ਼ਨ ਹੈ ਜਿਹਨੂੰ ਅਸੀਂ ਕਹਾਂਗੇ ਕਿ ਕਿਸੇ ਕੰਮ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਲੋਕ ਨੇ ਜਿਹੜੇ ਉਹ ਕੰਮ ਦੇ ਉੱਤੇ ਲੱਗੇ ਹੋਏ ਨੇ। ਇਨ ਲੈਸ ਡਿਵੈਲਪਡ ਕੰਟਰੀਜ਼ ਲੋਕ ਨੇ ਜਿਹੜੇ ਉਹ ਆਪਦੇ ਫੈਮਿਲੀ ਆਕੂਪੇਸ਼ਨ ਦੇ ਵਿੱਚ ਲਾਈਕ ਐਗਰੀਕਲਚਰ ਜਾਂ ਉਹਦੇ ਨਾਲ ਦੀਆਂ ਇਹੋ ਜਿਹੀਆਂ ਐਕਟੀਵਿਟੀਜ਼ ਦੇ ਵਿੱਚ ਲੱਗੇ ਹੋਏ ਨੇ, ਕਿਉਂਕਿ ਉਹਨਾਂ ਕੋਲ ਹੋਰ ਜੋਬ ਨਹੀਂ ਹੈ। ਜੇ ਅਸੀਂ ਡਿਵੈਲਪਡ ਕੰਟਰੀਜ਼ ਦੀ ਗੱਲ ਕਰਾਂਗੇ ਉੱਥੇ ਹੋਊਗਾ ਕਿ ਉਹ ਜੋਬ ਛੁੱਟ ਚੁੱਕੀ ਹੈ, ਇੱਥੇ ਹੈ ਹੀ ਨਹੀਂ। ਠੀਕ ਹੈ, ਲੈਸ ਡਿਵੈਲਪਡ ਦੇ ਵਿੱਚ। ਅਤੇ ਜੇ ਕੁਛ ਉਹਨਾਂ ਲੋਕਾਂ ਨੂੰ ਅਸੀਂ ਉਸ ਸੈਕਟਰ ਦੇ ਵਿੱਚੋਂ ਕੱਢ ਲੈਂਦੇ ਹਾਂ ਤਾਂ ਟੋਟਲ ਆਊਟਪੁੱਟ ਦੇ ਵਿੱਚ ਕੋਈ ਵੀ ਘਾਟਾ ਨਹੀਂ ਹੁੰਦਾ। ਸੋ ਦੈਟ ਜਦੋਂ ਅਪਰੈਂਟਲੀ ਅਸੀਂ ਕਹਿੰਦੇ ਹਾਂ ਕਿ ਇਹ ਵਰਕਰਸ ਨੇ ਜਿਹੜੇ ਉਹ ਕੰਮ ਦੇ ਉੱਤੇ ਲੱਗੇ ਹੋਏ ਨੇ, ਜਦੋਂ ਕਿ ਐਕਚੁਅਲੀ ਉਹ ਨਹੀਂ ਲੱਗੇ ਹੋਏ, ਉਹ ਡਿਸਗਾਈਜ਼ਡਲੀ ਅਨਐਮਪਲੋਇਡ ਨੇ। ਇਸ ਨੂੰ ਅਸੀਂ ਇੱਕ ਐਗਜ਼ਾਮਪਲ ਦੇ ਵਿੱਚ ਦੱਸ ਸਕਦੇ ਹਾਂ। ਉਹਨੇ ਐਗਜ਼ਾਮਪਲ ਲਈ ਹੈ ਕਿ ਇੱਕ ਫੈਮਿਲੀ ਹੈ ਜਿੱਥੇ 8 ਮੈਂਬਰ ਨੇ ਅਤੇ 4 ਹੈਕਟੇਅਰ ਲੈਂਡ ਹੈ। ਅਜ਼ਿਊਮ ਕੀਤਾ ਜਾਂਦਾ ਹੈ ਕਿ ਚਾਰ ਲੋਕ ਨੇ ਇਫੈਕਟਿਵਲੀ ਇਸ ਲੈਂਡ ਨੂੰ ਕਲਟੀਵੇਟ ਕਰ ਸਕਦੇ ਨੇ, ਪਰ ਜੋਬ ਅਪੋਰਚੁਨਿਟੀਜ਼ ਨਹੀਂ ਹੈਗੀਆਂ, ਇਸ ਕਰਕੇ 8 ਦੇ 8 ਬੰਦੇ ਫੈਮਿਲੀ ਫਾਰਮ ਦੇ ਉੱਤੇ ਕੰਮ ਕਰ ਰਹੇ ਨੇ। ਸੋ ਜਿਹੜੇ 4 ਬੰਦੇ ਨੇ ਉਹ ਡਿਸਗਾਈਜ਼ਡਲੀ ਅਨਐਮਪਲੋਇਡ ਨੇ। ਜੇ ਉਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਜਾਵੇ ਤਾਂ ਉਹਦੇ ਨਾਲ ਸਾਨੂੰ ਕੋਈ ਵੀ ਬੇਸਿਕਲੀ ਫਰਕ ਨਹੀਂ ਪੈਂਦਾ। ਹੁਣ ਬੇਟੇ ਦੇਖੋ ਇੱਥੇ ਉਹਨੇ ਤੁਹਾਨੂੰ ਇੱਕ ਡਾਇਗਰਾਮ ਦਿੱਤੀ ਹੋਈ ਹੈ। ਆਪਾਂ OX ਐਕਸਿਸ 'ਤੇ ਇੰਪਲੋਇਮੈਂਟ ਲਈ ਹੈ, ਠੀਕ ਹੈ, ਅਤੇ OY ਐਕਸਿਸ ਦੇ ਉੱਤੇ ਟੋਟਲ ਪ੍ਰੋਡਕਸ਼ਨ ਲਈ ਹੋਈ ਹੈ। ਠੀਕ ਹੈ, ਹੁਣ TP ਕੀ ਹੈ, ਤੁਹਾਡੀ ਟੋਟਲ ਪ੍ਰੋਡਕਟੀਵਿਟੀ ਦੀ ਕਰਵ ਹੈ। ਟੋਟਲ ਪ੍ਰੋਡਕਟੀਵਿਟੀ ਦੀ ਕਰਵ ਕੀ ਦਿਖਾ ਰਹੇ ਨੇ ਬੇਟਾ, T ਹੈ ਜਿਹੜੀ ਉਹ ਅਪਵਰਡ ਸਲੋਪਿੰਗ ਜਾ ਰਹੀ ਹੈ। ਠੀਕ ਹੈ ਨਾ, ਤਾਂ ਆਪਾਂ ਆਪਣੇ ਕੋਲ ਟੋਟਲ OA ਦੀ ਪ੍ਰੋਡਕਸ਼ਨ ਹੋ ਰਹੀ ਹੈ। ਠੀਕ ਹੈ, ਇਹਦੇ ਵਿੱਚ ਦੇਖੋ ਜਦੋਂ ਆਪਣੇ ਕੋਲ T ਪੁਆਇੰਟ ਹੈ, T ਪੁਆਇੰਟ ਤੋਂ ਲੈ ਕੇ ਉੱਪਰ ਤੱਕ ਵੱਧ ਰਿਹਾ ਹੈ ਨਾ, ਤਾਂ ਉਹ ਕੀ ਸ਼ੋ ਹੋ ਰਿਹਾ ਕਿ ਜਿਵੇਂ ਜਿਵੇਂ ਤੁਸੀਂ ਵਰਕਰਸ ਲਾ ਰਹੇ ਹੋ ਪ੍ਰੋਡਕਸ਼ਨ ਵੱਧ ਰਹੀ ਹੈ। ਪਰ ਜਦੋਂ ਸਾਡੇ ਕੋਲ ON1 ਦਾ ਲੈਵਲ ਆ ਗਿਆ ਇੰਪਲੋਇਮੈਂਟ ਦਾ, ਉਸ ਤੋਂ ਬਾਅਦ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ OA ਰਹਿ ਗਈ ਹੈ, ਕੌਨਸਟੈਂਟ ਹੋ ਗਿਆ। ਹੁਣ ਇਸ ਤੋਂ ਬਾਅਦ
ਜੇ ਅਸੀਂ ON2 ਵਰਕਰਸ ਲਾ ਦਿੰਦੇ ਹਾਂ ਸਾਡੀ ਟੋਟਲ ਪ੍ਰੋਡਕਸ਼ਨ ਦੇ ਵਿੱਚ ਕੋਈ ਫਰਕ ਨਹੀਂ ਪਿਆ। ਇਟ ਮੀਨਸ N1 N2 ਵਰਕਰਸ ਨੇ ਜਿਹੜੇ ਉਹ ਡਿਸਗਾਈਜ਼ਡਲੀ ਅਨਇੰਪਲੋਇਡ ਨੇ, ਉਹਨਾਂ ਦੇ ਆਉਣ ਦੇ ਨਾਲ ਸਾਡੀ ਪ੍ਰੋਡਕਸ਼ਨ ਵਿੱਚ ਕੋਈ ਫਰਕ ਨਹੀਂ ਪਿਆ। ਇਹਦਾ ਮਤਲਬ N1 N2 ਵਰਕਰਸ ਦੀ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਹੈ ਉਹ 0 ਹੈ। ਸੋ ਇਹ ਸਿਚੁਏਸ਼ਨ ਹੈ ਜਿਹੜੀ ਇਹ ਲੈਸ ਡਿਵੈਲਪਡ ਕੰਟਰੀਜ਼ ਦੇ ਵਿੱਚ ਪਾਈ ਜਾਂਦੀ ਹੈ। ਕਿਉਂਕਿ ਪੋਪੂਲੇਸ਼ਨ ਹੈ ਜਿਹੜੀ ਇੱਥੇ ਕੈਪੀਟਲ ਫਾਰਮੇਸ਼ਨ ਅਤੇ ਅਦਰ ਮੀਨਸ ਆਫ ਪ੍ਰੋਡਕਸ਼ਨ ਨਾਲੋਂ ਬਹੁਤ ਜ਼ਿਆਦਾ ਜਲਦੀ ਵੱਧਦੀ ਹੈ। ਸੋ ਨੌਕਰੀ ਨਾ ਮਿਲਣ ਕਰਕੇ ਸਾਰੇ ਮੈਂਬਰਸ ਨੇ ਜਿਹੜੇ ਉਹ ਉਸ ਕੰਮ ਦੇ ਵਿੱਚ ਫੈਮਿਲੀ ਫਾਰਮ ਦੇ ਵਿੱਚ ਐਜ਼ ਅ ਜੁਆਇੰਟ ਵੈਂਚਰ ਕੰਮ ਕਰਨ ਲੱਗ ਜਾਂਦੇ ਨੇ। ਉੱਥੇ ਉਹਨਾਂ ਦੀ ਜਿਹੜੀ ਫਿਜ਼ੀਕਲ ਪ੍ਰੋਡਕਟਿਵਿਟੀ ਹੈ ਉਹ 0 ਜਾਂ ਕਈ ਵਾਰੀ ਨੈਗੇਟਿਵ ਵੀ ਹੋ ਜਾਂਦੀ ਹੈ। ਸੋ ਜੇ ਅਸੀਂ ਟੈਕਨੀਕ ਆਫ ਪ੍ਰੋਡਕਸ਼ਨ ਅਤੇ ਮੈਥਡ ਆਫ ਆਰਗੇਨਾਈਜੇਸ਼ਨ ਨੂੰ ਚੇਂਜ ਨਹੀਂ ਕਰਦੇ ਤਾਂ ਉਹਨਾਂ ਲੋਕਾਂ ਨੂੰ ਉਸ ਫੈਮਿਲੀ ਫਾਰਮ ਵਿੱਚੋਂ ਕੱਢਣ ਦੇ ਬਾਅਦ ਸਾਡੀ ਟੋਟਲ ਪ੍ਰੋਡਕਸ਼ਨ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਦਿਸ ਸਿਚੁਏਸ਼ਨ ਆਫ ਡਿਸਗਾਈਜ਼ਡ ਅਨਇੰਪਲੋਇਮੈਂਟ ਕੀ ਕਰਦੀ ਹੈ? ਇਟ ਕੀਪਸ ਦ ਐਗਰੀਕਲਚਰ ਆਫ ਅੰਡਰ ਡਿਵੈਲਪਡ ਕੰਟਰੀਜ਼ ਇਨ ਅ ਕੰਟੀਨਿਊਸ ਸਟੇਟ ਆਫ ਬੈਕਵਰਡਨੈਸ। ਸੋ ਜਿਹੜਾ ਪ੍ਰੈਸ਼ਰ ਆਫ ਪੋਪੂਲੇਸ਼ਨ ਹੈ ਔਨ ਐਗਰੀਕਲਚਰ ਉਹ ਵਧਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਸਬ ਡਿਵੀਜ਼ਨ ਹੁੰਦੀ ਹੈ, ਲੈਂਡ ਦੀ ਅੱਗੇ ਵੰਡੀ ਜਾਂਦੀ ਹੈ, ਫਰੈਗਮੈਂਟੇਸ਼ਨ ਹੋ ਜਾਂਦੀ ਹੈ, ਜਿਹਦੇ ਕਰਕੇ ਪ੍ਰੋਡਕਟਿਵਿਟੀ ਘੱਟ ਜਾਂਦੀ। ਦੇਖੋ ਜਦੋਂ ਅਸੀਂ ਬੇਟਾ ਚੀਜ਼ ਨੂੰ ਵੰਡੀ ਜਾਵਾਂਗੇ ਸਬ ਡਿਵਾਈਡ ਕਰੀ ਜਾਵਾਂਗੇ, ਪਹਿਲਾਂ 8 ਹੈਕਟੇਅਰ ਲੈਂਡ ਆ ਉਹਨੂੰ 4 ਕਰਤਾ, ਫਿਰ ਉਹਨੂੰ 2 ਕਰਤਾ, ਫਿਰ 1 ਕਰਤਾ, ਤਾਂ ਉੱਥੇ ਸਾਡੇ ਕੋਲ ਕੀ ਹੋ ਜਾਂਦਾ ਹੈ, ਫਿਰ ਜਿਹੜੇ ਖਰਚੇ ਨੇ ਉਹ ਵੱਧ ਜਾਂਦੇ ਨੇ, ਪ੍ਰੋਡਕਟਿਵਿਟੀ ਘੱਟ ਜਾਂਦੀ ਹੈ। ਨੈਕਸਟ ਹੈ ਬੇਟਾ ਫੀਚਰਸ ਆਫ ਡਿਸਗਾਈਜ਼ਡ ਅਨਇੰਪਲੋਇਮੈਂਟ। ਫੀਚਰਸ ਦਾ ਮਤਲਬ ਹੈ ਕਰੈਕਟਰਿਸਟਿਕ। ਡਿਸਗਾਈਜ਼ਡ ਅਨਇੰਪਲੋਇਮੈਂਟ ਦੇ ਵਿੱਚ ਮਾਰਜਨਲ ਪ੍ਰੋਡਕਟਿਵਿਟੀ 0 ਹੁੰਦੀ ਹੈ, ਮਤਲਬ ਵਰਕਰਸ ਨੇ ਉਹ ਐਟ ਆਲ ਕੰਮ ਕਰ ਹੀ ਨਹੀਂ ਰਹੇ ਹੁੰਦੇ। ਸੈਕੰਡਲੀ ਡਿਸਗਾਈਜ਼ਡ ਅਨਇੰਪਲੋਇਮੈਂਟ ਦੇ ਵਿੱਚ ਇਹ ਆਇਡੈਂਟੀਫਾਈ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਹੂ ਆਰ ਐਕਚੁਅਲੀ ਅਨਇੰਪਲੋਇਡ। ਲੈਸ ਡਿਵੈਲਪਡ ਕੰਟਰੀਜ਼ ਦੇ ਵਿੱਚ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ, ਕੈਪੀਟਲ ਘੱਟ ਹੁੰਦੀ ਹੈ, ਜੋ ਕਿ ਪ੍ਰਿੰਸੀਪਲ ਕਾਜ਼ ਹੈ ਡਿਸਗਾਈਜ਼ਡ ਅਨਇੰਪਲੋਇਮੈਂਟ ਦਾ। ਡਿਸਗਾਈਜ਼ਡ ਅਨਇੰਪਲੋਇਮੈਂਟ ਬੇਸਿਕਲੀ ਐਗਰੀਕਲਚਰਲ ਫੈਮਲੀਜ਼ ਦੇ ਵਿੱਚ ਹੁੰਦੀ ਹੈ। ਲੈਸ ਡਿਵੈਲਪਡ ਕੰਟਰੀਜ਼ ਦੇ ਵਿੱਚ ਜਿਹੜੀ ਡਿਸਗਾਈਜ਼ਡ ਅਨਇੰਪਲੋਇਮੈਂਟ ਹੈ ਉਹ ਐਗਰੀਕਲਚਰ ਦੇ ਨਾਲ ਜੁੜੀਆਂ ਹੋਈਆਂ ਐਕਟੀਵਿਟੀਜ਼ ਦੇ ਵਿੱਚ ਹੁੰਦੀ ਹੈ। ਕੁਝ ਕੰਟਰੀਜ਼ ਦੇ ਵਿੱਚ ਡਿਸਗਾਈਜ਼ਡ ਅਨਇੰਪਲੋਇਮੈਂਟ ਕਿਸੇ ਇੱਕ ਸਪੈਸੀਫਿਕ ਸੀਜ਼ਨ ਵਿੱਚ ਹੁੰਦੀ ਹੈ, ਜਿਵੇਂ ਕਿ ਡਿਊਰਿੰਗ ਦ ਇੰਟਰਵੀਨਿੰਗ ਪੀਰੀਅਡ ਬਿਟਵੀਨ ਸੋਇੰਗ ਐਂਡ ਹਾਰਵੈਸਟਿੰਗ ਆਫ ਕ੍ਰੌਪਸ। ਜਨਰਲੀ ਪਰਮਾਨੈਂਟ ਫੀਚਰ ਹੈ ਜਿਹੜਾ ਇਹ ਡਿਸਗਾਈਜ਼ਡ ਅਨਇੰਪਲੋਇਮੈਂਟ ਲੈਸ ਡਿਵੈਲਪਡ ਕੰਟਰੀਜ਼ ਦਾ ਹੁੰਦਾ ਹੈ। ਠੀਕ ਹੈ ਬੇਟਾ। ਸੋ ਇੱਥੇ ਤੱਕ ਆਪਾਂ ਜਿਹੜਾ ਹੈ ਆਪਾਂ ਕੀਤਾ ਹੈ ਕਿ ਇੰਟਰੋਡਕਸ਼ਨ ਨੇਚਰ ਆਫ ਅਨਇੰਪਲੋਇਮੈਂਟ, ਕਿ ਡਿਵੈਲਪ ਅਤੇ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਕਿਹੋ ਜਿਹੀ ਅਨਇੰਪਲੋਇਮੈਂਟ ਪਾਈ ਜਾਂਦੀ ਹੈ, ਫਿਰ ਦੋਨਾਂ ਦਾ ਡਿਫਰੈਂਸ ਕੀਤਾ, ਫਿਰ ਮੀਨਿੰਗ ਆਫ ਡਿਸਗਾਈਜ਼ਡ ਅਨਇੰਪਲੋਇਮੈਂਟ ਵਿਦ ਫਿਗਰ, ਦੈਨ ਫੀਚਰਸ ਆਫ ਡਿਸਗਾਈਜ਼ਡ ਅਨਇੰਪਲੋਇਮੈਂਟ। ਠੀਕ ਹੈ ਬੇਟਾ, ਰੀਡ ਇਟ ਪ੍ਰੋਪਰਲੀ।